ਕੀ ਰਾਜੋਆਣਾ ਪੰਥਕ ਕੈਂਡੀਡੇਟ ਹੋ ਸਕਦੇ ਆ? ਜਿਹੜੀ ਟਿਕਟ ਤੇ ਪਾਰਟੀ ਤੇ ਲੜਨਾ ਉਹ ਪੰਜਾਬੀਆਂ ਦੀ ਪਾਰਟੀ ਹੈ। ਉਸਨੇ ਪੰਥਕ ਏਜੰਡਾ ਛੱਡਿਆ ਉਸ ਨੂੰ 20 ਸਾਲ ਹੋ ਗਿਆ। ਜਿਹੜੀ ਪਾਰਟੀ ਸਿੱਖਾਂ ਦੀ ਪਾਰਟੀ ਨਹੀਂ ਉਹ ਪੰਥਕ ਕਿਵੇਂ ਹੋ ਸਕਦੀ ਹੈ? ਸੁਖਬੀਰ ਬਾਦਲ ਦੀਆਂ ਸਪੀਚਾਂ ਸੁਣੀਆਂ ਹੋਣੀਆਂ, ਉਹਨਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਚੋਂ ਜਾਂ ਕਦੀ ਗੁਰਬਾਣੀ ਆਪਣੇ ਭਾਸ਼ਣਾਂ 'ਚ ਕੋਟ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਜੋ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ, ਉਹਨਾਂ ਨੇ ਆਪਣਾ ਕੈਂਡੀਡੇਟ ਚਿਰ ਭਰ ਦਿੱਤਾ। ਉਹ ਸੰਗਰੂਰ ਤੋਂ ਆਪਣੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ। ਉਹਨਾਂ ਨੂੰ ਚਾਹੇ ਇਹ ਪਤਾ ਹੈ ਕਿ ਉਹ ਇਲੈਕਸ਼ਨ ਨਹੀਂ ਜਿੱਤ ਸਕਦੇ, ਕਿਉਂਕਿ ਉਹ ਹੁਣੇ ਹੀ MLA ਦੀ ਇਲੈਕਸ਼ਨ ਹਾਰੇ। ਉਹਨਾਂ ਨੇ 83 ਕੈਂਡੀਡੇਟ ਖੜੇ ਕੀਤੇ ਸੀ, ਉਹਨਾਂ ਦਾ ਇੱਕ ਵੀ ਕੈਂਡੀਡੇਟ ਨਹੀਂ ਜਿੱਤਿਆ। ਸਿਮਰਨਜੀਤ ਸਿੰਘ ਮਾਨ ਇਹ ਕਹਿੰਦੇ ਮੇਰੇ ਤੋਂ ਵੱਡਾ ਜਿਹੜਾ ਬੰਦੀ ਸਿੱਖ ਕੌਣ ਹੋ ਸਕਦਾ? 26 ਸਾਲ ਦੀ ਕੈਦ ਦੀ ਕਮਾਈ ਕਿਹਦੀ ਝੋਲੀ 'ਚ ਪਾਉਣਾ ਚਾਹੁੰਦੇ ਹੋ? ਜੇ ਤੁਸੀਂ ਹਾਰ ਗਏ ਤੇ ਤੁਹਾਡੀ ਰਹਿ ਕੀ ਜਾਊਗੀ? ਜੇ ਤੁਸੀਂ ਜਿੱਤ ਗਏ ਤੇ ਸੁਖਬੀਰ ਕਹੇਗਾ ਮੇਰੀ ਪਾਰਟੀ ਜਿੱਤ ਗਈ। ਤੇ ਸਭ ਤੋਂ ਵਧੀਆ ਪਾਰਟੀ ਅਕਾਲੀ ਦਲ ਹੈ, ਤਾਂ ਸਿੱਖ ਉਹਨਾਂ ਨੂੰ ਵੋਟਾਂ ਪਾਓ। ਤਾਂ ਸਿੱਖਾਂ ਨੇ ਤੇ ਰਾਜੋਆਣਾ ਦੀ ਸਟੇਟਮੈਂਟ ਦੀ ਕੋਈ ਕਦਰ ਹੀ ਨਹੀਂ ਪਾਈ, ਉਹਦਾ ਮੁੱਲ ਹੀ ਨਹੀਂ ਪਾਇਆ, ਉਹ ਰਿਜੈਕਟ ਕਰ ਦਿੱਤੀ। ਆਮ ਆਦਮੀ ਪਾਰਟੀ ਨੇ ਇੱਕ ਬੜੇ ਸਧਾਰਨ ਆਪਣੇ ਵਰਕਰ ਨੂੰ, ਗੁਰਮੇਲ ਸਿੰਘ ਜੋ ਕਿ ਪਿੰਡ ਦੇ ਸਰਪੰਚ ਹਨ, ਇਸ ਦੀ ਹਾਰ ਜਿੱਤ ਦੀ ਜ਼ਿੰਮੇਵਾਰੀ ਵੀ ਸਾਰੀ ਭਗਵੰਤ ਸਿੰਘ ਮਾਨ ਤੇ ਜਾਣੀ। ਮੈਂ ਹਾਂ ਚੰਚਲ ਮਨੋਹਰ ਸਿੰਘ। ਮੇਰੇ ਚੈਨਲ ਵਿੱਚ ਮੇਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਚਰਚਾ ਕਰਾਂਗੇ ਸੰਗਰੂਰ ਪਾਰਲੀਮੈਂਟਰੀ ਬਾਈ ਇਲੈਕਸ਼ਨ ਵਿੱਚ ਉੱਭਰ ਕੇ ਆਏ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟਸ ਦੇ, ਕਿਉਂਕਿ 3 ਕੈਂਡੀਡੇਟਾਂ ਨੇ ਆਪਣਾ ਡਿਕਲੇਅਰ ਕਰ ਦਿੱਤਾ ਤੇ ਨਾਮੀਨੇਸ਼ਨ ਵੀ ਭਰ ਦਿੱਤਾ। ਸਭ ਤੋਂ ਪਹਿਲਾਂ ਤੇ ਅਸੀਂ ਗੱਲ ਕਰਾਂਗੇ, ਆਮ ਆਦਮੀ ਪਾਰਟੀ ਨੇ ਇੱਕ ਬੜੇ ਸਧਾਰਨ ਆਪਣੇ ਵਰਕਰ ਨੂੰ, ਗੁਰਮੇਲ ਸਿੰਘ ਜੋ ਕਿ ਪਿੰਡ ਦੇ ਸਰਪੰਚ ਹਨ ਕੜਾਚੋਂ ਤੋਂ, ਇਸ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਡਿਸਟ੍ਰਿਕਟ ਦੇ ਵੀ ਪ੍ਰਧਾਨ ਹਨ, ਉਹਨਾਂ ਨੂੰ ਨਾਮੀਨੇਟ ਕੀਤਾ। ਇਹ ਸਿਲੈਕਸ਼ਨ ਤੋਂ ਇਵੇਂ ਲੱਗਦਾ ਹੈ ਇਹ ਸਿਲੈਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਪਣੀ ਕੀਤੀ ਹੋਈ ਹੈ, ਔਰ ਇਸ ਦੀ ਹਾਰ ਜਿੱਤ ਦੀ ਜ਼ਿੰਮੇਵਾਰੀ ਵੀ ਸਾਰੀ ਭਗਵੰਤ ਸਿੰਘ ਮਾਨ ਤੇ ਜਾਣੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਈ ਇਤਨੇ ਸਧਾਰਨ ਲੀਡਰ ਨੂੰ ਪਾਰਲੀਮੈਂਟ ਭੇਜਣਾ ਚਾਹੀਦਾ ਕਿ ਨਹੀਂ? ਕਿਉਂਕਿ ਪਾਰਲੀਮੈਂਟ ਇੱਕ ਬਹੁਤ ਵੱਡੀ ਸੰਸਥਾ ਹੈ ਜਿੱਥੇ ਪੰਜਾਬ ਦੀ ਨਾਲ ਸੰਬੰਧਿਤ ਮੁੱਦਿਆਂ ਬਾਰੇ ਗੱਲਬਾਤ ਹੁੰਦੀ ਹੈ। ਉੱਥੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਹੈ, ਪੰਜਾਬ ਦੀਆਂ ਸਮੱਸਿਆਵਾਂ ਨੂੰ ਉੱਥੇ ਉਠਾਉਣਾ ਹੈ। ਕਿ ਗੁਰਮੇਲ ਸਿੰਘ ਵਿੱਚ ਇਹ ਸਾਰੀਆਂ ਕੰਮ ਕਰਨ ਦੀਆਂ ਸਕਿੱਲਸ ਹਨ ਕਿ ਉਹਦੇ ਕੋਲ ਪਾਰਲੀਮੈਂਟੇਰੀਅਨ ਦੇ ਬਾਅਦ ਵੀ ਸੰਵਾਦਾਂ ਵਿੱਚ, ਬਹਿਸਾਂ ਵਿੱਚ ਹਿੱਸਾ ਲੈਣ ਦਾ ਜਿਹੜਾ ਉਹਨੂੰ ਕੋਈ ਅਨੁਭਵ ਹੈ ਕਿ ਸਿਰਫ ਇਸ ਲਈ ਕਿ ਉਹ ਭਗਵੰਤ ਸਿੰਘ ਮਾਨ ਦਾ ਬੜਾ ਵਿਸ਼ਵਾਸ ਪਾਤਰ ਹੈ, ਨੇੜੇ ਦਾ ਬੰਦਾ। ਇਸ ਤਾਂ ਬਾਰੇ ਹੋਰ ਗੱਲਾਂ ਅਸੀਂ ਕਰਾਂਗੇ। ਇਸ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਜੋ ਅਕਾਲੀ ਦਲ ਪਾਰਟੀ ਨੇ ਆਪਣੀ ਟਿਕਟ ਤੇ ਲੜਨ ਲਈ ਬਲਵੰਤ ਸਿੰਘ ਰਾਜੋਆਣਾ ਜੋ ਕਿ 26 ਸਾਲ ਦੀ ਕੈਦ ਕੱਟ ਚੁੱਕੇ ਹਨ ਪਰ ਹਲੇ ਵੀ ਜੇਲ੍ਹ 'ਚ ਹਨ, ਉਹਨਾਂ ਦੀ ਬਿਆਨ ਸਿੰਘ ਦਾ ਕਤਲ ਜਿਹੜਾ ਉਹਨਾਂ ਨੂੰ ਸੈਕਟਰੀਏਟ ਦੇ ਬਾਹਰ ਬੰਬ ਬਲਾਸਟ ਛੁਡਾਇਆ ਗਿਆ ਸੀ, ਉਹਦੇ ਵਿੱਚ ਉਹਨਾਂ ਦਾ ਨਾਂ ਉੱਭਰਿਆ ਤੇ ਉਹਨਾਂ ਨੂੰ ਪਹਿਲੇ ਮੌਤ ਦੀ ਸਜ਼ਾ ਹੋ ਗਈ, ਪਰ ਮੌਤ ਦੀ ਸਜ਼ਾ ਦਾ ਕੇਸ ਚਲਦਿਆਂ 26 ਸਾਲ ਲੰਘ ਗਏ। ਹੁਣ ਸੁਪਰੀਮ ਕੋਰਟ ਨੇ
ਗੌਰਮੈਂਟ ਆਫ ਇੰਡੀਆ ਨੂੰ ਇਹ ਲਿਖਿਆ ਕਿ ਵੀ ਇਸ ਦੀ ਹਮਦਰਦੀ ਨਾਲ ਇਹਦੇ ਤੇ ਕੀਤੀ ਜਾਏ ਦੇਖ ਕਿ ਕੀ ਇਸ ਦੀ ਕੈਦ ਘਟਾਈ ਜਾ ਸਕਦੀ ਹੈ ਜਾਂ ਇਸ ਦੀ ਕੈਦ ਵੀ ਇਹਨੂੰ ਛੱਡਿਆ ਜਾ ਸਕਦਾ। ਇਹ ਸਾਰਾ ਕੁਝ ਉਹਨਾਂ ਨੇ ਕੇਂਦਰ ਸਰਕਾਰ ਤੇ ਛੱਡਤਾ, ਪਰ ਨਾਲ ਇਹ ਕਹਿਤਾ ਕਿ ਇਹ ਰਿਕਮੈਂਡ ਕਰਕੇ ਤੁਸੀਂ ਦੇਸ਼ ਦੇ ਰਾਸ਼ਟਰਪਤੀ ਤੋਂ ਇਸ ਦਾ ਕਰੋ। ਤੁਹਾਨੂੰ ਸਭ ਨੂੰ ਬੜੀ ਹੈਰਾਨਗੀ ਹੋਏਗੀ ਕਿ ਨਾ ਪੰਥਕ ਕਮੇਟੀ ਨੇ ਇਸ ਡਿਵੈਲਪਮੈਂਟ ਬਾਰੇ ਅੱਜ ਤੱਕ ਅਖਬਾਰਾਂ 'ਚ ਕੋਈ ਦੱਸਿਆ ਜਨਤਾ ਨੂੰ, ਨਾ SGPC ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਹ ਦੱਸਿਆ ਹੈ ਕਿ ਇਸ ਦਾ ਕੇਸ ਦਾ ਅਜੋਕਾ ਸਟੇਟਸ ਕੀ ਹੈ। ਇਹ ਸਿੱਖ ਜਨਤਾ ਨੂੰ ਤੇ ਵਿਸ਼ਵ ਪੱਧਰ ਤੇ ਦੇਸ਼ ਪ੍ਰਦੇਸ਼ ਸਾਰੇ ਲੋਕਾਂ ਨੂੰ, ਚਾਹੇ ਕੋਈ ਸਿੱਖ ਹੈ ਚਾਹੇ ਕੋਈ ਸਿੱਖ ਨਹੀਂ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੁਪਰੀਮ ਕੋਰਟ ਜਿਹੜੀ ਹੈ ਕਿੰਨਾ ਨਿਰਪੱਖ ਔਰ ਕਾਨੂੰਨੀ ਤੌਰ ਤੇ ਇਸ ਕੇਸ ਵਿੱਚ ਉਹ ਫੈਸਲਾ ਲੈਣਾ ਚਾਹੁੰਦੇ ਹਨ, ਕਿਉਂਕਿ ਉਹ 26 ਸਾਲ ਦੀ ਸਜ਼ਾ ਭੁਗਤ ਚੁੱਕੇ ਹਨ, ਇਸ ਲਈ 2 ਸਜ਼ਾਵਾਂ ਨਹੀਂ ਹੋ ਸਕਦੀਆਂ। ਸੋ ਹੁਣ ਸਵਾਲ ਇਹ ਹੈ ਕਿ ਕੀ ਰਾਜੋਆਣਾ ਪੰਥਕ ਕੈਂਡੀਡੇਟ ਹੋ ਸਕਦੇ ਹਨ? ਜਿਹੜੀ ਟਿਕਟ ਤੇ ਪਾਰਟੀ ਤੇ ਲੜਨਾ ਉਹ ਪੰਜਾਬੀਆਂ ਦੀ ਪਾਰਟੀ ਹੈ, ਉਸਨੇ ਪੰਥਕ ਏਜੰਡਾ ਛੱਡਿਆ ਉਸ ਨੂੰ 20 ਸਾਲ ਹੋ ਗਏ ਹਨ। ਜਿਹੜੀ ਪਾਰਟੀ ਸਿੱਖਾਂ ਦੀ ਪਾਰਟੀ ਨਹੀਂ, ਉਹ ਪੰਥਕ ਕਿਵੇਂ ਹੋ ਸਕਦੀ ਹੈ? ਔਰ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਕਿ ਵੀ ਜੇ ਤੁਹਾਡਾ SGPC ਤੇ ਕਬਜ਼ਾ ਹੋਵੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਕਰਨ ਦੀਆਂ ਜਿਹੜੀਆਂ ਸ਼ਕਤੀਆਂ ਪਾਵਰ ਹੈ ਉਹ ਤੁਹਾਡੇ ਕੋਲ ਹੋਵੇ, ਤੇ ਫਿਰ ਕੀ ਤੁਸੀਂ ਪੰਥਕ ਬਣ ਜਾਓਗੇ? ਤੁਸੀਂ ਸੁਖਬੀਰ ਬਾਦਲ ਦੀਆਂ ਸਪੀਚਾਂ ਸੁਣੀਆਂ ਹੋਣੀਆਂ, ਉਹਨਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ ਚੋਂ ਜਾਂ ਕਦੀ ਗੁਰਬਾਣੀ ਆਪਣੇ ਭਾਸ਼ਣਾਂ 'ਚ ਕੋਟ ਕੀਤੀ ਹੈ? ਮੇਰੇ ਖਿਆਲ 'ਚ ਉਹਨਾਂ ਵਿੱਚ ਇਹ ਸਮਰੱਥਾ ਹੀ ਨਹੀਂ। ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਰਾਜੋਆਣਾ ਪੰਥਕ ਕੈਂਡੀਡੇਟ ਨਹੀਂ ਹੋ ਸਕਦੇ। ਦੂਸਰੀ ਗੱਲ ਇਸ ਤੋਂ ਵੀ ਜਿਹੜੀ ਮਹੱਤਵਪੂਰਨ ਹੈ ਉਹ ਇਹ ਹੈ ਕਿ ਜਿਹੜੀ ਇਹ ਪੰਥਕ ਬਣਾਉਣ ਦੀ ਜਿਹੜੀ ਕਮੇਟੀ ਸੀ, ਜਿਹਦੇ 'ਚ ਕਿ ਪ੍ਰਧਾਨ SGPC ਦੀ ਪ੍ਰਧਾਨਗੀ ਵਿੱਚ ਗੁਰੂ ਨਾਨਕ ਨਿਵਾਸ ਵਿੱਚ ਹੋਈ, ਜਿੱਥੇ ਕਿ ਸਿੱਖ ਬੰਦੀਆਂ ਨੂੰ ਕੈਦਾਂ 'ਚੋਂ ਛੁਡਾਉਣ ਲਈ, ਉਹਦੇ ਵਿੱਚ ਹੀ ਉਹਦੀਆਂ ਚੂਲਾਂ ਹੀ ਹਿੱਲ ਗਈਆਂ ਇਸ ਇਲੈਕਸ਼ਨ 'ਚ। ਉਹ ਮੈਂ ਦੱਸਦਾ ਕਿ ਚੂਲਾਂ ਕਿਵੇਂ ਹਿੱਲ ਗਈਆਂ। ਸਿਮਰਨਜੀਤ ਸਿੰਘ ਮਾਨ ਜੋ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ, ਉਹਨਾਂ ਨੇ ਆਪਣਾ ਕੈਂਡੀਡੇਟ ਚਿਰ ਭਰ ਦਿੱਤਾ। ਉਹ ਸੰਗਰੂਰ ਤੋਂ ਆਪਣੀ ਪਾਰਟੀ ਵੱਲੋਂ ਇਲੈਕਸ਼ਨ ਲੜਨਗੇ। ਉਹਨਾਂ ਨੂੰ ਚਾਹੇ ਇਹ ਪਤਾ ਹੈ ਕਿ ਉਹ ਇਲੈਕਸ਼ਨ ਨਹੀਂ ਜਿੱਤ ਸਕਦੇ, ਕਿਉਂਕਿ ਉਹ ਹੁਣੇ ਹੀ MLA ਦੀ ਇਲੈਕਸ਼ਨ ਹਾਰੇ। ਉਹਨਾਂ ਨੇ 83 ਕੈਂਡੀਡੇਟ ਖੜੇ ਕੀਤੇ ਸੀ, ਉਹਨਾਂ ਦਾ ਇੱਕ ਵੀ ਕੈਂਡੀਡੇਟ ਨਹੀਂ ਜਿੱਤਿਆ। ਬਹੁਤ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਇਸ ਦੇ ਬਾਵਜੂਦ ਵੀ ਸਿਮਰਨਜੀਤ ਸਿੰਘ ਮਾਨ ਇਹ ਕਹਿੰਦੇ ਮੇਰੇ ਤੋਂ ਵੱਡਾ ਜਿਹੜਾ ਬੰਦੀ ਸਿੱਖ ਕੌਣ ਹੋ ਸਕਦਾ? ਮੈਂ ਇੰਨੀ ਲੰਬੀ ਕੈਦ ਕੱਟੀ। ਮੈਂ ਇਹ ਤਾਂ ਨਹੀਂ ਕਹਿ ਸਕਦਾ, ਪਰ ਮੈਂ ਇਹ ਕਹਿ ਸਕਦਾ ਵੀ ਸਿਮਰਨਜੀਤ ਸਿੰਘ ਮਾਨ ਤੇ ਵੀ ਕੇਂਦਰ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ਦੇ ਬਾਅਦ ਤੇ ਉਸ ਦੇ ਆਸ-ਪਾਸ ਬੜੇ ਜ਼ੁਲਮ ਕੀਤੇ, ਤਸੀਹੇ ਦਿੱਤੇ, ਉਹਨਾਂ ਨੇ ਬੜੀ ਲੰਬੀ ਕੈਦ ਵੀ ਕੱਟੀ। ਪਰ ਪੰਥ ਨੇ ਵੀ ਉਹਨਾਂ ਨੂੰ ਚੁਣਿਆ ਸੀ ਬੜੀਆਂ ਵੋਟਾਂ ਦੇ ਕੇ, ਉਹਨਾਂ ਦੇ ਕੈਂਡੀਡੇਟ ਵੀ ਸਾਰੇ ਉਹਨਾਂ। ਹੁਣ ਸਵਾਲ ਇਹ ਹੈ ਕਿ ਜਿਹੜੀ ਬੀਬੀ ਕਮਲਦੀਪ ਕੌਰ 46 ਸਾਲ ਦੇ ਹਨ, ਉਹ ਉਹਨਾਂ ਦੀ ਰਿਸ਼ਤੇਦਾਰੀ 'ਚੋਂ ਰਾਜੋਆਣਾ ਦੀ ਭੈਣ ਲੱਗਦੀ ਹੈ, ਤੇ ਉਹਨਾਂ ਦੇ ਕਈ ਰਿਸ਼ਤੇਦਾਰਾਂ ਨੂੰ ਜਿਹੜਾ ਮਿਲੀਟੈਂਟ ਕਹਿ ਕੇ ਮਾਰ ਦਿੱਤਾ ਗਿਆ। ਸੋ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ ਆਪਣੀ 26 ਸਾਲ ਦੀ ਕੈਦ ਦੀ ਕਮਾਈ ਕਿਹਦੀ ਝੋਲੀ 'ਚ ਪਾਉਣਾ ਚਾਹੁੰਦੇ ਹੋ? ਜੇ ਤੁਸੀਂ ਹਾਰ ਗਏ ਤੇ ਤੁਹਾਡੀ ਰਹਿ ਕੀ ਜਾਊਗੀ? ਜੇ ਤੁਸੀਂ ਜਿੱਤ ਗਏ ਤੇ ਸੁਖਬੀਰ ਕਹੇਗਾ ਮੇਰੀ ਪਾਰਟੀ ਜਿੱਤ ਗਈ, ਕਿਉਂਕਿ ਬੰਦੀ ਸਿੱਖਾਂ ਦੀ ਤਾਂ ਕਦੀ ਉਹਨਾਂ ਨੇ ਗੱਲ ਹੀ ਨਹੀਂ ਕੀਤੀ। ਹੁਣ ਪਹਿਲੀ ਵਾਰੀ ਇਹ ਕੀਤਾ ਕਿ ਅਸੀਂ 23 ਮੈਂਬਰਾਂ ਦੀ ਲਿਸਟ ਬਣਾਈ ਹੈ ਬੰਦੀ ਸਿੱਖਾਂ ਦੀ, 23 ਦੀ।
कि अकाल तख्त साहब ने, जथेदार साहब ने, ਜਾਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ 23 ਪਰਿਵਾਰਾਂ ਨੂੰ ਕੰਟੈਕਟ ਕੀਤਾ, ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕੋਈ ਕੈਂਡੀਡੇਟ ਹੈ ਜਿਹਨੂੰ ਅਸੀਂ ਪਾਰਲੀਮੈਂਟ ਇਲੈਕਸ਼ਨ ਵਿੱਚ ਖੜੇ ਕਰੀਏ, ਜਾਂ ਉਹਨਾਂ ਨੇ 23 ਬੰਦੀ ਸਿੱਖਾਂ ਦੀ ਚੋਣ ਕਰਨ ਲਈ ਕਿ ਕਿਹਨੂੰ ਟਿਕਟ ਦੇਣੀ ਹੈ। ਜਿਹੜੀ ਕਮੇਟੀ ਉੱਥੇ ਇਕੱਠੀ ਬਣੀ ਸੀ ਸਿੱਖ ਬੰਦੀਆਂ ਲਈ ਦੇ ਕੇਸਾਂ ਨੂੰ ਪਰਸਿਊ ਕਰਨ ਲਈ, ਫਾਲੋ ਕਰਨ ਲਈ, ਕਿ ਉਸ ਕਮੇਟੀ 'ਚ ਡਿਸਕਸ ਹੋਇਆ? ਨਹੀਂ ਹੋਇਆ। ਜੇ ਉਸ ਕਮੇਟੀ 'ਚ ਨਹੀਂ ਹੋਇਆ, ਜੇ ਦਿੱਲੀ ਤੋਂ ਕਈ ਮੈਂਬਰ ਆਏ ਸੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਕਾਲਕਾ ਜੀ, ਸਰਨਾ ਸਾਹਿਬ ਆਏ ਸੀ ਤੇ ਜੀਕੇ ਸਿੰਘ ਆਏ ਸੀ, ਕਿ ਕਿਸੇ ਨੂੰ ਕੰਸਲਟ ਕੀਤਾ ਗਿਆ? ਸਾਨੂੰ ਇਹ ਸੋਚਣਾ ਪਏਗਾ ਕਿ ਅਸੀਂ ਕਿਸ ਦੀ ਜਿਹੜੀ ਦਿੱਤੀ ਹੋਈ ਕੁਰਬਾਨੀ ਹੈ ਉਹਦਾ ਵਪਾਰ ਕਿੰਨਾ ਕੁ ਕਰਨਾ ਹੈ। ਰਾਜੋਆਣਾ ਸ਼ਾਇਦ ਇਹੋ ਜਿਹੀ ਡੂੰਘਾਈ ਨਾਲ ਚੀਜ਼ ਨੂੰ ਨਹੀਂ ਸੋਚ ਸਕਦੇ। ਕਿਉਂ? ਜਦੋਂ ਉਹ ਆਪਣੇ ਪਿਤਾ ਦੀ ਮੌਤ ਦੇ ਸਮਾਗਮਾਂ ਵਿੱਚ ਹਿੱਸਾ ਲੈਣ ਆਏ, ਉਹ ਸੋਗ ਅਵਸਥਾ ਸੀਗੀ ਉਹਨਾਂ ਦੀ, ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਭੋਗ ਦੇ ਸਮਾਗਮਾਂ 'ਚ ਬੜੀ ਸੰਗਤ ਆਈ। ਉੱਥੇ ਉਹਨਾਂ ਨੇ ਕਿਹਾ ਕਿ ਸਭ ਤੋਂ ਵਧੀਆ ਪਾਰਟੀ ਅਕਾਲੀ ਦਲ ਹੈ, ਤਾਂ ਸਿੱਖ ਉਹਨਾਂ ਨੂੰ ਵੋਟਾਂ ਪਾ। ਤਾਂ ਸਿੱਖਾਂ ਨੇ ਤਾਂ ਰਾਜੋਆਣਾ ਦੀ ਸਟੇਟਮੈਂਟ ਦੀ ਕੋਈ ਕਦਰ ਹੀ ਨਹੀਂ ਪਾਈ, ਉਹਦਾ ਮੁੱਲ ਹੀ ਨਹੀਂ ਪਾਇਆ, ਉਹ ਰਿਜੈਕਟ ਕਰ ਦਿੱਤੀ। ਅਕਾਲੀ ਦਲ ਦੀਆਂ ਸਿਰਫ 3 ਸੀਟਾਂ ਆਈਆਂ। ਰਾਜੋਆਣਾ ਸਾਹਿਬ, ਅਸੀਂ ਉਹਨਾਂ ਦੀ ਸੈਕਰੀਫਾਈਸ ਨੂੰ ਮੰਨਦੇ ਹਾਂ ਕਿ ਉਹਨਾਂ ਨੇ ਜਿਹੜੇ ਕਾਜ ਨੂੰ ਚੰਗਾ ਸਮਝਿਆ ਉਹਦੇ ਲਈ ਕੀਤੀ ਹੈ। ਹੁਣ ਉਸ ਸੈਕਰੀਫਾਈਸ ਨੂੰ ਪੰਥ ਨੇ ਵੋਟਾਂ ਵਿੱਚ ਤੇ ਰੈਕੋਗਨਾਈਜ਼ ਨਹੀਂ ਕੀਤਾ, ਕਿਉਂਕਿ ਚੋਣਾਂ 'ਚ ਅਕਾਲੀ ਦਲ ਬਾਦਲ ਦੀਆਂ ਤੇ ਸਿਰਫ 3 ਸੀਟਾਂ ਆਈਆਂ। ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਰਿਜੈਕਟ ਕਰਤਾ, ਸੁਖਬੀਰ ਬਾਦਲ, ਛੋਟੇ ਬਾਦਲ ਸਾਹਿਬ, ਮਿੰਨੀ ਬਾਦਲ ਸਾਹਿਬ, ਨਵੇਂ ਬਣੇ ਸਿੱਖਾਂ ਦੇ ਲੀਡਰ, ਉਹ ਵੀ ਹਾਰ ਗਏ। ਮਜੀਠੀਆ ਵੀ ਹਾਰ ਗਿਆ ਉਹਨਾਂ ਦਾ ਸਾਲਾ। ਸੋ ਸਾਨੂੰ ਸੋਚਣਾ ਪਏਗਾ ਕਿ ਜੇਕਰ ਸਿੱਖ ਪੰਥ, ਜਿਹੜੇ ਅਸਲੀ ਲੋਕ ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੈ ਔਰ ਸਿੱਖ ਪੰਥ ਜਿਨ੍ਹਾਂ ਨੂੰ ਕਿਹਾ ਜਾ ਸਕਦਾ, ਉਹਨਾਂ ਨੇ ਤੇ ਸਾਰੇ ਰਿਜੈਕਟ ਕਰਤੇ। ਉਹਨਾਂ ਨੇ ਰਾਜੋਆਣਾ ਦੀ ਸਟੇਟਮੈਂਟ ਵੀ ਰਿਜੈਕਟ ਕਰਤੀ, ਉਹਦੀ ਅਪੀਲ ਵੀ ਰਿਜੈਕਟ ਕਰਤੀ। ਹੁਣ ਕੀ ਕਮਲਦੀਪ ਕੌਰ ਨੂੰ ਜਿਤਾਉਣ ਲਈ ਰਾਜੋਆਣਾ ਦੀ ਕੋਈ ਅਪੀਲ ਕੰਮ ਕਰੇਗੀ ਕਿ ਨਹੀਂ ਕਰੇਗੀ? ਸੋ ਤੀਸਰੇ ਕੈਂਡੀਡੇਟ ਹਨ ਸਿਮਰਨਜੀਤ ਸਿੰਘ ਮਾਨ। ਸਿਮਰਨਜੀਤ ਸਿੰਘ ਮਾਨ ਬਾਰੇ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ ਕਿ ਉਹ ਹੁਣੇ 83 ਸੀਟਾਂ ਤੇ ਉਹਨਾਂ ਦੇ ਕੈਂਡੀਡੇਟ ਹਾਰ ਚੁੱਕੇ ਹਨ, ਉਹ ਖੁਦ ਵੀ ਹਾਰੇ, ਔਰ ਇਸ ਦੇ ਬਾਵਜੂਦ ਵੀ ਉਹ ਲੜਨਾ ਚਾਹੁੰਦੇ ਨੇ ਇਲੈਕਸ਼ਨ। ਉਹ ਇਲੈਕਸ਼ਨ ਇਸ ਲਈ ਲੜਨਾ ਚਾਹੁੰਦੇ ਨੇ ਕਿਉਂਕਿ ਉਹ ਖਬਰਾਂ 'ਚ ਰਹਿਣਾ ਚਾਹੁੰਦੇ। ਉਹ ਆਪਣਾ ਖਾਲਿਸਤਾਨ ਦਾ ਜਿਹੜਾ ਮੁੱਦਾ ਹੈ, ਜਿਹੜੀ ਉਹ ਖਾਲਿਸਤਾਨ ਦੀ ਵੱਖਰੀ ਸਟੇਟ ਸਿੱਖ ਕੌਮ ਲਈ ਮੰਗਦੇ ਨੇ, ਉਸ ਮੁੱਦੇ ਨੂੰ ਉਹ ਬਰਕਰਾਰ ਰੱਖਣ ਲਈ ਇਹ ਚੋਣ ਲੜਨਗੇ, ਉਹਦੇ ਵਿੱਚ ਉਹ ਪ੍ਰਚਾਰ ਕਰਨਗੇ। ਇਹ ਗੱਲ ਉਹਨਾਂ ਨੇ ਜਿਹੜੀ ਗੁਰੂ ਨਾਨਕ ਨਿਵਾਸ ਵਿੱਚ ਸਿੱਖ ਬੰਦੀਆਂ ਲਈ ਮੀਟਿੰਗ ਹੋਈ, ਉਹਦੇ 'ਚ ਵੀ ਉਹਨਾਂ ਨੇ ਮੁੱਦਾ ਉਠਾਇਆ ਤੇ 1946 ਦੇ SGPC ਦੇ ਪਾਸ ਕੀਤੇ ਰੈਜ਼ੋਲੂਸ਼ਨ ਦੀ ਵੀ ਗੱਲ ਕੀਤੀ। ਸੋ ਇਹ ਜਿਹੜੀ ਚੋਣ ਹੈ, ਇਹਦੇ ਵਿੱਚ ਜਿਹੜਾ ਇੱਕ ਹੋਰ ਨਾਂ ਉੱਭਰ ਕੇ ਸਾਹਮਣੇ ਆਇਆ, ਉਹ ਸੀਗਾ ਬਲਕੌਰ ਸਿੰਘ, ਜੋ ਕਿ ਮੂਸਾਵਾਲੇ ਦੇ ਸਿੰਗਰ ਦੇ ਪਿਤਾ ਜੀ ਹਨ। ਉਹਨਾਂ ਦਾ ਨਾਂ ਕਾਂਗਰਸ ਦੇ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ
ਕਿਹਾ ਕਿ ਇਸ ਨੂੰ ਸਾਰੀਆਂ ਪਾਰਟੀਆਂ ਦਾ ਸਾਂਝਾ ਕੈਂਡੀਡੇਟ ਬਣਾ ਦਿਓ। ਉਹਨਾਂ ਦੇ ਨਾਂ ਜਿਹੜਾ ਉਹ ਖਬਰਾਂ ਦਾ ਸੁਰਖੀਆਂ ਵਿੱਚ ਆਇਆ ਜਦੋਂ ਡਾਕਟਰ ਸਰਦਾਰਾ ਸਿੰਘ ਜੋਲ, ਜੋ ਕਿ ਸੈਂਟਰਲ ਯੂਨੀਵਰਸਿਟੀ ਬਠਿੰਡੇ ਦੇ ਚਾਂਸਲਰ ਵੀ ਰਹੇ ਹਨ, 2 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਵੀ, ਵੱਡੇ ਬਹੁਤ ਵੱਡੇ ਐਗਰੀਕਲਚਰ ਇਕੋਨੋਮਿਸਟ हैं, ਉਹਨਾਂ ਨੇ ਆਪਣੀ ਫੇਸਬੁੱਕ ਤੇ ਪਾਇਆ, ਕਿਉਂਕਿ ਉਹਨਾਂ ਦਾ ਦੁੱਖ ਹਿਰਦਾ ਸੀਗਾ ਜਿਸ ਤਰ੍ਹਾਂ ਕਿ ਮੂਸੇਵਾਲ ਨੂੰ ਦਾ ਕਤਲ ਹੋਇਆ, ਅਸੈਸੀਨੇਸ਼ਨ ਹੋਈ। ਤਾਂ ਉਹਨਾਂ ਨੇ ਇਸ ਗੱਲ ਦੀ ਇੱਕ ਫੇਸਬੁੱਕ ਤੇ ਪੋਸਟ ਪਾਈ ਕਿ ਟਿਕਟ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਮਿਲਣੀ ਚਾਹੀਦੀ। ਉੱਥੋਂ ਰਾਜਾ ਵਿਡਿੰਗ ਨੇ ਚੱਕ ਕੇ ਕਿਹਾ ਕਿ ਸਭ ਪਾਰਟੀਆਂ ਦੀ ਸਾਂਝੀ ਕੈਂਡੀਡੇਟ ਬਣਾਉਣਾ ਚਾਹੀਦਾ। ਹੁਣ ਸਵਾਲ ਇਹ ਹੈ ਕਿ ਪਾਰਟੀਆਂ ਕੋਲ ਕੀ ਆਪਣੇ ਕੈਂਡੀਡੇਟ ਹੈਗੇ, ਜਾਂ ਪਾਰਟੀਆਂ ਨੂੰ ਡਰ ਲੱਗਦਾ ਵੀ ਅਸੀਂ ਤੇ ਬੁਰੀ ਤਰ੍ਹਾਂ ਹਾਰਨਾ ਹੀ ਹੈ ਇਸ ਚੋਣ 'ਚ, ਕਿਉਂਕਿ ਅਕਾਲੀ ਦਲ ਕੋਲ ਆਪਣਾ ਤੇ ਕੋਈ ਕੈਂਡੀਡੇਟ ਨਹੀਂ ਸੀ। ਉਹਨਾਂ ਨੇ ਤੇ ਸਿੱਖ ਬੰਦੀ ਦੀ ਭੈਣ ਨੂੰ ਕੈਂਡੀਡੇਟ ਬਣਾਇਆ, ਕਿਉਂਕਿ ਉਹਨਾਂ ਦਾ ਕੋਲ ਕੈਂਡੀਡੇਟ ਜੇ ਕੋਈ ਜਿੱਤਣ ਵਾਲਾ ਹੁੰਦਾ ਜਾਂ ਕੋਈ ਬੜਾ ਸੋਲਿਡ ਕੈਂਡੀਡੇਟ ਹੁੰਦਾ ਤਾਂ ਉਹ ਇਹੋ ਜਿਹਾ ਕਦੀ ਨਾ ਕਰਦੇ। ਸੰਗਰੂਰ ਅਸੈਂਬਲੀ ਦੇ ਪਾਰਲੀਮੈਂਟ ਦੀ ਜਿਹੜੀ ਸੰਗਰੂਰ ਪਾਰਲੀਮੈਂਟ ਕੌਂਸਟੀਚੁਐਂਸੀ ਹੈ, ਉਹਦੇ ਜਿੰਨੇ ਵੀ ਅਸੈਂਬਲੀ ਸੈਗਮੈਂਟ ਵਿੱਚ ਆ, ਉਹਦੇ ਵਿੱਚ ਨਾ ਤੇ ਪਹਿਲੀ ਚੋਣ 'ਚ ਭਗਵੰਤ ਮਾਨ ਤੋਂ ਕੋਈ ਉੱਪਰ ਆਇਆ ਵੋਟਾਂ 'ਚ ਜਿੱਤਿਆ, ਨਾ ਉਹ ਦੂਸਰੀ 'ਚ ਜਿੱਤਿਆ। ਸਾਰੇ ਅਸੈਂਬਲੀ ਸੈਗਮੈਂਟਾਂ 'ਚ ਭਗਵੰਤ ਮਾਨ ਨੇ ਬੜੀ ਵੱਡੀ ਗਿਣਤੀ ਨਾਲ ਜਿੱਤੇ ਔਰ ਉਸਨੇ ਉਸ ਇਲਾਕੇ ਦਾ ਜਿਹੜਾ ਇੱਕ ਪਰਿਵਾਰ ਸੀ ਅਕਾਲੀ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੂੰ ਸਿਆਸਤ ਵਿੱਚੋਂ ਬੁਰੀ ਤਰ੍ਹਾਂ ਹਰਾ ਕੇ ਉਹਨਾਂ ਦਾ ਕੈਰੀਅਰ ਸਮਾਪਤ ਕਰਤਾ। ਉਹਨਾਂ ਦਾ ਬੇਟਾ ਵੀ ਹਾਰ ਗਿਆ ਇਲੈਕਸ਼ਨ ਅਸੈਂਬਲੀ ਦੀ। ਸੋ ਅਜਿਹੇ ਮਾਹੌਲ ਵਿੱਚ ਜਿੱਥੇ ਕਿ ਆਪ ਇੰਨੀ ਕੌਨਫੀਡੈਂਸ 'ਚ ਹੈ ਕਿ ਉਹਨਾਂ ਨੇ ਇਹ ਚੋਣ ਜ਼ਰੂਰ ਜਿੱਤਣੀ ਹੈ, ਤੇ ਇੱਕ ਸਧਾਰਨ ਜੇ ਸਰਪੰਚ ਨੂੰ ਉਹਨਾਂ ਨੇ ਕੈਂਡੀਡੇਟ ਬਣਾਇਆ। ਜੇ ਉਹ ਚੋਣ ਵਿੱਚ ਕਿਸੇ ਦਾ ਇਨਫਲੂਐਂਸ ਚੱਲੇਗਾ, ਕਿਸੇ ਦਾ ਪ੍ਰਭਾਵ ਚੱਲੇਗਾ, ਤੇ ਉਹ ਪ੍ਰਭਾਵ ਹੋਏਗਾ ਚੀਫ ਮਿਨਿਸਟਰ ਭਗਵੰਤ ਮਾਨ ਦਾ। ਪਰ ਇਹ ਪ੍ਰਭਾਵ ਕਿਤਨਾ ਕੁ ਘਟ ਚੁੱਕਾ ਹੈ, ਇਹ ਵੀ ਸਾਨੂੰ ਦੇਖਣਾ ਪਏਗਾ, ਕਿਉਂਕਿ ਜਿੰਨੀ ਦੇਰ ਤੁਸੀਂ ਰਾਜ ਸੱਤਾ 'ਚ ਨਹੀਂ ਸੀ, ਉਨੀ ਦੇਰ ਤੁਹਾਡੀਆਂ ਸਪੀਚਾਂ, ਤੁਹਾਡੇ ਭਾਸ਼ਣ, ਤੁਹਾਡੇ ਵਾਅਦੇ, ਉਹਨਾਂ ਵਿੱਚ ਲੋਕਾਂ ਨੂੰ ਕਾਫੀ ਰੋਸ਼ਨੀ ਨਜ਼ਰ ਆਉਂਦੀ ਸੀ। ਪਰ ਪਿਛਲੇ 3 ਮਹੀਨਿਆਂ 'ਚੋਂ ਉਹਨਾਂ ਦੀਆਂ ਕਈ ਗੱਲਾਂ ਜਿਹੜੀਆਂ ਉਸ ਪਾਰਟੀ ਨਾਲ ਜੋ ਵਾਪਰਿਆ ਜਾਂ ਉਸ ਪਾਰਟੀ ਨੇ ਕੀਤਾ, ਉਸ ਤੋਂ ਪੰਜਾਬ ਦਾ ਕੁਝ ਵਰਗ ਥੋੜਾ ਨਾਰਾਜ਼ ਵੀ ਲੱਗਦਾ। ਕੇਵਲ ਢਿੱਲੋਂ ਕੋਲ ਪੈਸਾ ਬਹੁਤ ਹੈ, ਇਹਦੇ 'ਚ ਕੋਈ ਸ਼ੱਕ ਨਹੀਂ, ਬਹੁਤ ਅਮੀਰ ਆਦਮੀ ਹੈ, ਬੜਾ ਅੰਤਾਂ ਦਾ ਉਹਦੇ ਕੋਲ ਪੈਸਾ ਹੈ, ਬੜੀ ਪ੍ਰਾਪਰਟੀ ਹੈ ਚੰਡੀਗੜ੍ਹ 'ਚ। ਪਰ ਪ੍ਰਾਪਰਟੀਆਂ ਨਾਲ ਤੇ ਚੋਣ ਨਹੀਂ ਜਿੱਤ ਹੁੰਦੀ, ਕਿਉਂਕਿ ਉਹ MLA ਦੀ ਚੋਣ ਵੀ 2 ਵਾਰੀ ਹਾਰਿਆ, ਸਿਰਫ ਇੱਕੋ ਵਾਰੀ MLA ਬਣੇ। ਪਿਛਲੀ ਵਾਰੀ ਉਹਨੂੰ ਪਾਰਟੀ ਨੇ ਟਿਕਟ ਹੀ ਨਹੀਂ ਦਿੱਤੀ। ਸੋ ਜਿਹੜੇ ਕੈਂਡੀਡੇਟ ਨੂੰ ਉਹਦੀ ਪਾਰਟੀ ਨੇ ਨਹੀਂ ਟਿਕਟ ਦਿੱਤੀ MLA ਹੋਣ ਦੇ ਬਾਵਜੂਦ, ਉਹ ਉਸ ਸਾਰੇ ਪਾਸੇ ਕਿਵੇਂ ਅੱਜ ਹੀ ਸਿਆਸੀ ਡੱਡੂ ਕਾਂਗਰਸ ਚੋਂ ਤਪੂਸੀ ਮਾਰ ਕੇ ਜੋ BJP 'ਚ ਗਿਆ, ਉਹ ਸਿਆਸੀ ਡੱਡੂ ਕੋਈ ਮਗਰਮੱਛ ਬਣ ਗਿਆ ਸਿਆਸੀ। ਉਹ ਰਾਤੋਂ ਰਾਤ ਉਹਦਾ ਕਿੰਨਾ ਕੱਦ ਵੱਡਾ ਹੋ ਗਿਆ ਕਿ ਹੁਣ ਸੰਗਰੂਰ ਕੌਂਸਟੀਚੁਐਂਸੀ ਦੇ ਲੋਕ ਜਿਹੜੇ ਉਹਦੇ ਪਿੱਛੇ ਲੱਗ ਜਾਣਗੇ, ਜਿਵੇਂ ਉਹਨਾਂ ਨੂੰ ਕੋਈ ਰਾਹ ਨਹੀਂ ਦਿੰਦਾ। BJP ਨੂੰ ਪਤਾ ਹੋਣਾ ਚਾਹੀਦਾ ਕਿ ਭਗਵੰਤ ਮਾਨ ਨੇ ਆਪਣੀਆਂ 2 ਜਿੱਤਾਂ ਵਿੱਚ ਕਿਸੇ ਦੇ ਪੈਰ ਵੀ ਨਹੀਂ ਲੱਗਣ ਦਿੱਤੇ। ਸੋ ਅਜਿਹੀ ਕੌਂਸਟੀਚੁਐਂਸੀ 'ਚ ਜਿਹੜੀ ਹੁਣ ਬੜੀ ਜ਼ਬਰਦਸਤ, ਜਿਹਨੂੰ ਅਸੀਂ ਕਹਿੰਦੇ ਹਾਂ, ਜੇ ਕੋਈ ਮੈਚ ਬਣੇਗਾ ਤਾਂ ਉਹ ਮੈਚ ਤਾਂ ਬਣੇਗਾ ਜੇਕਰ ਸਿੱਖ ਮਨਾਂ ਵਿੱਚ ਇਹ ਗੱਲ ਘਰ ਗਈ ਕਿ ਚਲੋ ਰਾਜੋਆਣਾ ਦੀ ਭੈਣ ਨੂੰ ਵੀ ਵੋਟਾਂ ਦੇ ਕੇ ਦੇਖੀਏ।
ਤੇ ਜੇ ਲੋਕਾਂ ਨੇ ਅੱਗੇ ਰਾਜੋਆਣਾ ਦੀ ਨਹੀਂ ਸੁਣੀ, ਅੱਗੇ ਸੁਖਬੀਰ ਦੀ ਨਹੀਂ ਸੁਣੀ, ਅੱਗੇ ਵੱਡੇ ਬਾਦਲ ਦੀ ਨਹੀਂ ਸੁਣੀ, ਤਾਂ ਹੁਣ ਇਹ ਕਿੰਨੇ ਵੀ ਬਾਦਲ ਇਕੱਠੇ ਹੋ ਜਾਣ ਤੇ ਕਿੰਨੇ ਵੀ ਹੁੰਦੜ ਸਾਹਿਬ ਇਕੱਠੇ ਹੋ ਜਾਣ, ਇਹ ਸੀਟ ਜਿੱਤਣ ਦੇ ਕਾਬਲ ਨਹੀਂ ਲੱਗਦੇ। ਇਹ ਸਮਾਂ ਦੱਸੇਗਾ, ਇਹ ਵੋਟਾਂ ਵਿੱਚ ਹੀ ਪਤਾ ਲੱਗੇਗਾ ਕਿ ਕਿਹੜੇ ਪਾਸੇ ਲੋਕਾਂ ਦਾ ਰੁਖ ਬਣਦਾ। ਇਹਦੇ ਨਾਲ ਹੀ ਅੱਜ ਦੀ ਚਰਚਾ ਇੱਥੇ ਸਮਾਪਤ ਕਰਦੇ ਹਾਂ। ਧੰਨਵਾਦ। ਫਿਰ ਲੈ ਕੇ ਆਵਾਂਗੇ ਇੱਕ ਹੋਰ ਵਧੀਆ ਇਸ਼ੂ ਤੇ ਚਰਚਾ।